ਸੁਪਰੀਮ ਕੋਰਟ ਹੈ ਜਿਹੜਾ ਉਹ ਇੱਕ ਇਸ ਵਿਜ਼ਨ ਦੇ ਨਾਲ ਦੇਖ ਰਿਹਾ ਕਿ ਆਪਾਂ ਨੇ এনवायरमेंट ਨੂੰ ਬਚਾਉਣਾ ਹੈਗਾ, ਠੀਕ ਨਹੀਂ। ਪਰ ਜਿਹੜੀ ਕਿਸਾਨ ਦੀ ਸਮੱਸਿਆ ਹੈਗੀ ਗਰਾਊਂਡ ਲੈਵਲ ਤੇ ਜਿਹੜੀ ਸਮੱਸਿਆ ਹੈਗੀ ਹੈ ਉਹ ਕਿਸਾਨ ਨੂੰ ਪਤਾ ਹੈ। ਨਹੀਂ ਕੋਈ ਨਹੀਂ ਸਰਕਾਰ ਕਰਦੀ। ਸਰਕਾਰ ਅਨਾਉਂਸ ਕਰ ਦਿੰਦੀ ਅਸੀਂ ਪੈਸੇ ਦਊਂਗੇ, ਮਸ਼ੀਨਾਂ ਦਊਂਗੇ, ਫਲਾਣਾ ਕਰੋ, ਕੋਈ ਮਸ਼ੀਨ ਨਹੀਂ ਦਿੰਦੇ। 2-2.5 ਕਿੱਲਿਆਂ ਵਾਲੇ ਬੰਦੇ ਕਿੱਥੇ ਤੇ ਮਸ਼ੀਨਾਂ ਲਿਆਉਂਗੇ, ਕਿੱਥੇ ਤੇ ਪਰਾਲੀ ਦਾ ਹੱਲ ਕੱਢੂਗੇ। ਜ਼ਿਮੀਂਦਾਰ ਨੂੰ ਅੱਛੀ ਕੋਈ ਮਸ਼ੀਨਾਂ ਮਿਲ ਜਾਏ ਜੀ ਪਿੰਡ 'ਚ, ਉਹਦੇ ਨਾਲ ਸੌਖਾ ਹੋ ਜਾਂਦਾ। ਕੋਈ ਮਸ਼ੀਨ ਤਾਂ ਕੋਈ ਮਿਲਦੀ ਨਹੀਂ, ਮਜਬੂਰੀ ਨਾਲ ਚੱਲਦੇ। ਤੁਹਾਨੂੰ ਵੀ ਸਮੱਸਿਆਵਾਂ ਹੁੰਦੀਆਂ? समस्या आती है जी, ताई करके अक लगाने जो नहीं तो जिमींदार को जी नहीं करता कलान में टाइम बहुत कम होता है ना। हाँ। 1 महीने का तो टाइम है सारा। हाँ। अगर नहीं आग लगाते हैं, कुछ मैनेजमेंट भी करते हैं, अच्छा। होता है मैनेजमेंट भी। ਦੇਖੋ ਨੁਕਸਾਨ ਤਾਂ ਹੋਣਾ ਹੀ ਹੈ। ਸਭ ਤੋਂ ਪਹਿਲਾਂ ਤਾਂ ਨੁਕਸਾਨ ਸਾਨੂੰ ਹੀ ਹੈ ਨਾ। हाँ। ਧੂਆਂ ਉੱਠਣਾ ਹੈਗਾ ਉਹ ਸਭ ਤੋਂ ਪਹਿਲਾਂ ਤਾਂ ਸਾਡੇ ਅੰਦਰ ਜਾਣਾ ਹੈ, ਉਸ ਤੋਂ ਬਾਅਦ ਦਿੱਲੀ ਤਾਂ ਬਹੁਤ ਦੂਰ ਹੈ। पर जी पराली बासी ਵੱਢ ਕੇ ਗੇੜ ਦਿੰਦੇ, ਇਕੱਠੀ ਕਰਨ ਸਾਨੂੰ ਔਖੀ, ਅਗਲੀ ਫਸਲ ਬੀਜਣੀ ਹੁੰਦੀ ਹੈ ਜੀ। जैसे ही पंजाब में सर्दियों का मौसम शुरू होता है तो इसी के साथ जो सबसे अहम समस्या पंजाब या फिर हरियाणा में आमतौर पर देखी जाती है वो पराली की समस्या जो है आमतौर पर बढ़नी शुरू हो जाती है, क्योंकि पॉल्यूशन बढ़ता है तो कई बार ऐसा होता है कि फॉग भी पड़नी शुरू हो जाती है और पॉल्यूशन इस कदर बढ़ जाता है जिससे कि आम लोगों को कई तरीके की समस्याएं भी होती हैं और कई तरीके का नुकसान भी होता है। सुप्रीम कोर्ट में पराली के मामले को लेकर एक बड़ी अहम बैठक होती है, सुनवाई होती है और इस सुनवाई के दौरान कोर्ट की तरफ से सख्ती करने के आदेश दिए जाते हैं। कोर्ट साफ तौर पर यह कहता है कि किसानों को अगर जो पराली जला रहे हैं तो उनके खिलाफ सख्ती की जाए और सख्ती इसलिए ज़रूरी है ताकि इस समस्या का हल खत्म हो सके। हालांकि सरकारें बदलती रहती है लेकिन पराली की समस्या पंजाब हो चाहे हरियाणा में कभी ख़त्म नहीं होती है। हर साल सबसे बड़ा इशू क्या होता है, जैसे ही सर्दियाँ शुरू होती है कि पराली की समस्या, पॉल्यूशन की समस्या। आज हमारे साथ इस समय मोहाली के एक हम गाँव में पहुँचे हैं, वहाँ बहुत सारे किसान हमारे साथ मौजूद हैं। सुप्रीम कोर्ट में क्या रहा, हालांकि ये जुडिशियल मामला है, इसमें ज़्यादा तो नहीं कहा जा सकता, लेकिन किसानों की किस तरीके की समस्या है, क्यों उनको पराली जलानी पड़ती है, क्यों उनको कोई वे आउट नहीं समझ पाता। आज हम किसानों से ही समझेंगे कि आखिर समस्या कहाँ वो फंस जाते हैं जिस वजह से वो पराली को जलाना वो मजबूर हो जाते हैं। सख्ती की तो कहा गया है लेकिन वो सख्ती अगर होती है तो नुकसान भी बहुत होता है। यहाँ बहुत सारे किसान हैं। शुरुआत सबसे पहले हम करते हैं, ਤੁਹਾਡੇ ਕੋਲ जानना चाहांगे कि पराली क्यों जलानी पैंदी, किसान क्यों बार बार पराली जलांदा, हालांकि कोर्ट ने बड़ी सख्ती की है। ਸਾਡੇ ਕੋਲ ਸਮੱਸਿਆ ਬਹੁਤ ਹੈ, ਬਹੁਤ ਜ਼ਿਆਦਾ ਸਮੱਸਿਆਵਾਂ ਸਾਡੇ ਕੋਲ, ਕਿਉਂਕਿ ਜਿਹੜਾ ਮੌਸਮ ਹੈ, ਮੌਸਮ ਵੀ ਸਾਡਾ ਸਾਥ ਨਹੀਂ ਦਿੰਦਾ। ਉਧਰ ਕਣਕ ਬੀਜਣੀ ਹੁੰਦੀ ਹੈ, ਉਧਰ ਮੀਂਹ ਪੈ ਜਾਂਦਾ ਹੈ, ਫਿਰ ਇਸ ਕਰਕੇ ਪਰਾਲੀ ਜਲਾਉਣੀ ਪੈਂਦੀ ਸਾਨੂੰ। ਹਰ ਪੈਸੇ ਵੀ ਹੈ ਨਹੀਂ, ਲੋਕਾਂ ਦੀ ਜਿਹੜੀ ਫਸਲ ਹੈ, ਫਸਲ ਪੂਰੇ ਪੈਸੇ ਨਹੀਂ ਦੇ ਸਕਦੀ, ਜਿੰਨੇ ਸਾਨੂੰ ਖਰਚੇ, ਸਾਡੇ ਉਹਨੇ ਖਰਚੇ ਪੂਰੇ ਨਹੀਂ ਹੁੰਦੇ, ਇਸ ਕਰਕੇ ਸਾਨੂੰ ਪਰਾਲੀ ਜਲਾਉਣੀ ਪੈਂਦੀ ਹੈ। ਸਰਕਾਰਾਂ ਤੇ ਕਹਿੰਦੀਆਂ ਅਸੀਂ ਪੰਜਾਬ ਸਰਕਾਰ ਹੋਵੇ ਚਾਹੇ ਅਕਾਲੀ ਦੇ ਕਾਂਗਰਸੀ ਚਾਹੇ ਹੁਣ ਆਮ ਆਦਮੀ ਪਾਰਟੀ ਹੈ, ਦਾਅਵਾ ਤੇ ਕਰਦੇ ਨੇ ਕਿ ਅਸੀਂ ਕਿਸਾਨਾਂ ਨੂੰ ਕਹਿ ਰਹੇ ਨੇ ਅਸੀਂ ਮਸ਼ੀਨਾਂ ਪ੍ਰੋਵਾਈਡ ਕਰਾਉਂਦੇ ਨੇ, ਅਸੀਂ ਚਾਹੁੰਦੇ ਨੇ ਕਿ ਕਿਸਾਨ ਇਸ ਚੀਜ਼ ਨੂੰ ਨਾ ਜਲਾਣ। ਸਖਤੀ ਉਹ ਬਾਰ-ਬਾਰ ਕਹਿੰਦੇ ਨੇ, ਹਾਲਾਂਕਿ ਰਾਜ ਸਰਕਾਰਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਸਖਤੀ ਕਰੋ। ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਇਹ ਚੀਜ਼ ਕਰਦੀਆਂ ਹੈ? ਨਹੀਂ ਕੋਈ ਨਹੀਂ ਸਰਕਾਰ ਕਰਦੀ। ਸਰਕਾਰ ਅਨਾਉਂਸ ਕਰ ਦਿੰਦੀ ਅਸੀਂ ਪੈਸੇ ਦਊਂਗੇ, ਮਸ਼ੀਨਾਂ ਦਊਂਗੇ, ਫਲਾਣਾ ਕਰੋ, ਕੋਈ ਮਸ਼ੀਨ ਨਹੀਂ ਦਿੰਦੇ। 2-2.5 ਕਿੱਲਿਆਂ ਵਾਲੇ ਬੰਦੇ ਕਿੱਥੇ ਤੇ ਮਸ਼ੀਨਾਂ ਲਿਆਉਂਗੇ, ਕਿੱਥੇ ਤੇ ਪਰਾਲੀ ਦਾ ਹੱਲ ਕੱਢੂਗੇ। ਇਹ ਤਾਂ ਸਾਡੀ ਮਜਬੂਰੀ ਹੈ। ਹੁਣ ਪਰਾਲੀ ਕਿਉਂ ਜਲਾਣੀ ਪੈਂਦੀ, ਮਤਲਬ ਇਹ ਜੀ ਕਿਹੜੀ ਸਮੱਸਿਆ, ਕਿਉਂ ਨਹੀਂ ਕਰ ਪਾਉਂਦੇ ਉਸ ਨੂੰ, ਕੋਈ ਹੋਰ ਰਸਤਾ ਨਹੀਂ ਕੱਢ ਪਾਉਂਦੇ? ਹੋਰ ਕੋਈ ਰਸਤਾ ਹੈ ਹੀ ਨਹੀਂ ਸਾਡੇ ਪਾ। ਹੁਣ ਪਰਾਲੀ ਜਲਾਉਣੀ ਤਾਂ ਸਾਨੂੰ ਪੈਂਦੀ ਹੋਵੇ, ਅਗਰ ਇਹਨਾਂ ਨੇ ਨਾ ਸਾਨੂੰ ਉਹ ਕਰਿਆ ਪਰਾਲੀ ਜਲਾਉਣੀ ਪੈਣੀ, ਚਾਹੇ ਸਾਨੂੰ ਅੰਦਰ ਕਰ ਦੇਵੇਂ, ਜੋ ਮਰਜ਼ੀ ਕਰ ਦੇਵੇਂ। पराली ज़रूर जलानी पैंदी है। अंकल ਤੁਹਾਡੇ ਕੋਲ भी जानना ਚਾਹਾਂਗੇ कि पराली ਦੀ समस्या बहुत आम है और ਇਹਨਾਂ ਦਿਨਾਂ ਦੇ ਵਿੱਚ पराली ਦੇ ਨਾਲ ਪੋਲਿਊਸ਼ਨ ਦਾ ਲੈਵਲ ਵੀ ਬਹੁਤ ਵੱਧ ਜਾਂਦਾ ਹੈ, ਸਮੱਸਿਆਵਾਂ ਵੀ ਵੱਧਦੀਆਂ ਨੇ। ਕਿਉਂ ਕਿਸਾਨ ਇਸ ਚੀਜ਼ ਲਈ ਮਜਬੂਰ ਹੈ ਕਿ ਪਰਾਲੀ ਜਲਾਣੀ ਪੈ ਰਹੀ ਹੈ, ਹਾਲਾਂਕਿ ਸਰਕਾਰਾਂ ਤੇ ਕਹਿੰਦੀਆਂ ਕਿ ਅਸੀਂ ਦੇਵਾਂਗੇ ਚੀਜ਼ਾਂ। ਸਾਡੇ ਭਾਜੀ ਛੋਟੇ ਜ਼ਿਮੀਂਦਾਰ ਹੈ, 2-2.5 ਏਕੜ ਦੇ ਵੱਧ ਜ਼ਮੀਨ ਕਿਸੇ ਕੋਲ ਹੈਗੀ, ਨਾ ਕਿਸੇ ਕੋਲ ਟਰੈਕਟਰ ਐਡਾ ਬੜਾ ਵੀ ਹਾਂ ਅਸੀਂ ਪਰਾਲੀ ਨੂੰ ਸਾਂਭ ਸਕੀਏ। ਐਟ ਏ ਟਾਈਮ ਅਸੀਂ ਨਾ ਉਹਨੂੰ ਸਾਂਭ ਕੇ ਬਿਨਾਂ ਅੱਗ ਲਾਏ ਸਾਡਾ ਕੋਈ ਸਾਧਨ ਨਹੀਂ ਆਇਆ ਉਹ ਕੋਈ ਵੀ, ਤਾਂ ਕਰਕੇ ਸਾਨੂੰ ਜਾਲਣੀ ਪੈਂਦੀ। ਜਦ ਅਗਰ ਅਸੀਂ ਨੂੰ ਮਿਹਨਤ ਕਰਾਉਂਦੇ ਹਾਂ, ਮਜ਼ਦੂਰੀ ਕਰਾਉਂਦੇ ਤਾਂ ਸਾਡੇ ਕੋਲ ਇੰਨਾ ਖਰਚਾ ਨਹੀਂ ਹੈ, ਜ਼ਿਆਦਾ ਖਰਚਾ ਪੈਂਦਾ। ਸੁਪਰੀਮ ਕੋਰਟ ਦੇ ਫੈਸਲੇ ਨੂੰ ਜਾਂ ਸੁਣਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਹਿੰਦੇ ਨੇ ਜੇਲ੍ਹਾਂ ਦੇ ਵਿੱਚ ਪਾਓ, ਤੁਹਾਨੂੰ ਲੱਗਦਾ ਹੈ ਕਿ ਇਹ ਸਖਤੀ ਦੇ ਨਾਲ ਇਹ ਚੀਜ਼ ਖਤਮ ਹੋ ਪਾਏਗੀ? ਨਹੀਂ ਜੀ, ਸਖਤੀ ਨਾਲ ਨਹੀਂ, ਇਹਦਾ ਕੋਈ ਇੰਤਜ਼ਾਮ ਕਰਨਾ ਚਾਹੀਦਾ, ਇਹਦਾ ਸਰਕਾਰਾਂ ਕਰੇ ਜਾਂ ਸੁਪਰੀਮ ਕੋਰਟ ਕਰੇ। कम से कम जिमींदारों को कोई समस्या तो हल हो, समस्या साढ़े खातर तो जी ये अंदर देकर तो जिमींदारों को कोई समस्या हल नहीं होनी है। ਤੁਹਾਨੂੰ ਲੱਗਦਾ ਹੈ ਕਿ ਅਗਰ ਪਰਾਲੀ ਜਲਾਣੀ ਅਗਰ ਬੰਦ ਕਰਨੀ ਹੋਵੇ, ਅਗਰ ਕਿਸਾਨ ਨੇ ਬੰਦ ਕਰਨੀ ਹੋਵੇ, ਵਾਕਈ ਦੇ ਵਿੱਚ ਕਿਸਾਨ ਦੀ ਵੀ ਮਜਬੂਰੀ ਇੰਨੀ ਹੋ ਜਾਂਦੀ ਕਿ ਉਹ ਪਰਾਲੀ ਜਲਾਣੀ ਪੈਂਦੀ, ਕੁਝ ਹੋਰ ਨਹੀਂ ਨਿਕਲਦਾ? ਜ਼ਿਮੀਂਦਾਰ ਨੂੰ ਅੱਛੀ ਕੋਈ ਮਸ਼ੀਨਾਂ ਮਿਲ ਜਾਏ ਜੀ ਪਿੰਡ 'ਚ, ਉਹਦੇ ਨਾਲ ਸੌਖਾ ਹੋ ਜਾਂਦਾ।
ਕੋਈ ਮਸ਼ੀਨ ਤਾਂ ਕੋਈ ਮਿਲਦੀ ਨਹੀਂ, ਮਜਬੂਰੀ ਨਾਲ ਚਲਾਉਂਦੇ ਆ ਜੀ। ਤੁਹਾਨੂੰ ਵੀ ਸਮੱਸਿਆਵਾਂ ਹੁੰਦੀਆਂ? ਸਮੱਸਿਆ ਆਉਂਦੀ ਹੈ ਜੀ, ਤਾਂ ਹੀ ਕਰਕੇ ਅੱਗ ਲਗਾਉਂਦੇ ਜੀ, ਨਹੀਂ ਤਾਂ ਜ਼ਿਮੀਂਦਾਰਾਂ ਕੋਈ ਜੀ ਨਹੀਂ ਕਰਦਾ ਅੱਗ ਲਾਉਣ ਨੂੰ। ਕਿਹੜੀ ਚੀਜ਼ ਦੀ ਸਭ ਤੋਂ ਬੜੀ ਪ੍ਰੋਬਲਮ ਹੁੰਦੀ ਹੈ? ਪਰ ਇਹ ਪਰਾਲੀ ਅੱਗ ਅਸੀਂ ਵੱਢ ਕੇ ਗੇਰ ਦਿੰਦੇ, ਇਕੱਠੀ ਕਰਨ ਸਾਨੂੰ ਔਖੀ, ਅਗਲੀ ਫਸਲ ਬੀਜਣੀ ਹੁੰਦੀ ਹੈ ਜੀ। टाइम कट होता है बहुत। हाँ जी, क्या कह रहे हो सर? इसमें टाइम बहुत कम होता है ना। हाँ। 1 महीने का तो टाइम है सारा। हाँ, अगर नहीं आग लगाते हैं, कुछ मैनेजमेंट भी करते हैं, अच्छा, होता है मैनेजमेंट भी। कैसे होता है? उसको बीच में लगा देते हैं, फिर उसके बाद क्या समस्या आती है ना, ये खेत पानी खाने से हट जाते हैं। हाँ, अगर उसको जब गेहूं को पानी लगाएंगे ना, हाँ, उसमें जब हम लोग पानी एकदम पीली पड़ेगी, अच्छा, पानी नीचे नहीं जाएगा ज़मीन में, जो है सुपर सीडर देते हैं बीजने के लिए। सुपर सीडर्स का आपने जिक्र किया है, बरसातें पंजाब में हुई, ये तो हम कह रहे हैं लगती कि है तो बरसात का महीना, बरसात तो हर साल होती है, नहीं। ऐसे नहीं, ऐसी इस बार ज़्यादा हो गया है। नहीं, जैसे हम कहते हैं ना जमीन में पानी, क्या नीचे- सुपर सीडर की वजह से हाँ, अब हाँ। पानी सोखना जमीन खत्म होती खत्म होता है। है? अच्छा, क्या समस्या आती है? ਉਹ ਥੱਲੇ ਨਾ ਕੜਾ ਬੰਨ ਦਿੰਦਾ ਹੈ, ਥੱਲੇ ਫਾਲੇ ਥਾਲੇ ਨਹੀਂ, ਇਹਦੇ ਚ ਇਹਦੇ ਚ ਇੱਕ ਬੇਲਰ ਹੁੰਦਾ ਘੁੰਮਦਾ ਜਿਹੜਾ, ਉਹ बीच में जब प्रेस कर देता है ज़मीन को, और जब जम तो आएगी, फटार तो होगा, लेकिन जब पानी लगाएंगे ना 22 दिन के बाद, उसमें पानी रुकता है, नीचे नहीं जाता। यही आपको पराली इसलिए जलानी पड़ती है? पराली तो वैसे जलानी पड़ती है, पराली ये समस्या नहीं है, तो मशीनरी होगी जो सरकार कह रही है इसको कर लो, हाँ, और ट्रैक्टर बड़ा चाहिए। हाँ, अभी 12 लाख का लिया है मैंने, हाँ, उसके लिए प्रबंधन संद भी चाहिए ने, टाइम लगना ਉਹਨੂੰ ਇੱਕਦਮ ਤਾਂ ਨਹੀਂ ਲੈ ਸਕਦੇ। ਚਲੋ ਮੈਂ ਤਾਂ ਲੈ ਲਿਆ ਇੱਕ ਬੰਦੇ ਨੇ, ਬਾਕੀ ਉਹਦੇ ਨਾਲ ਜਿਹੜੀ ਸਰਕਾਰ ਸਬਸਿਡੀ 2.5 ਲੱਖ ਚ ਦੇ ਰਹੀ ਹੈ ਇੱਕ ਸੁਪਰ ਸੀਡਰ, ਉਹ ਬਣਦਾ 1.5 ਮਾਹ ਲੱਖ ਰੁਪਏ ਸਰਕਾਰੇ ਖਾ ਰਹੀ ਹੈ, 1.5 ਲੱਖ ਮਾ ਬਣ ਜਾਂਦਾ ਉਹ। अच्छा, ਹਾਂਜੀ ਉਸ ਦੇ ਨਾਲ ਪਰਾਲੀ ਖਤਮ ਹੋ ਜਾਂਦੀ ਹੁੰਦੀ ਹੈ, ਫਿਰ ਉਹ ਪਾਣੀ ਨਹੀਂ ਜੀਰਦਾ ਉਹਦੇ ਚ। ਅੱਛਾ, ਇਹ ਸਮੱਸਿਆ ਆ ਰਹੀ ਹੈ। ਹਾਂਜੀ ਉਹਦੇ ਨਾਲ ਪਰਾਲੀ ਵਿੱਚ ਪਾਣੀ ਨਹੀਂ ਜੀਰਦਾ ਹੈ ਥੱਲੇ, ਪਰਾਲੀ ਤਾਂ ਹੁੰਦੀ ਵਿੱਚੇ, ਮਤਲਬ ਜੋ ਕੜਾ ਬੰਨ ਦਿੰਦਾ ਥੱਲੇ, ਫਰਸ਼ ਲਗਾ ਦਿੰਦਾ ਜਿਸ ਨਾਲ ਲੈਂਟਰ ਹੋ ਜਾਂਦਾ। ਅੱਛਾ, ਉਸ ਦੇ ਨਾਲ ਨੁਕਸਾਨ ਵੀ ਬਹੁਤ ਹੁੰਦਾ ਹੋਣਾ ਫਸਲਾਂ ਦਾ? ਉਹਦੇ ਨਾਲ ਪਾਣੀ ਨਹੀਂ ਜੀਰਦਾ, ਫਸਲ ਇੱਕਦਮ ਪੀਲੀ ਪੈਂਦੀ ਹੈ, ਉਹਦੇ ਫਿਰ ਰੇਹ ਮਿੱਟੀ ਜ਼ਿਆਦਾ ਪੈਂਦਾ ਹੈ, ਖੁਰਾਕ ਜ਼ਿਆਦਾ ਦੇਣੀ ਪੈਂਦੀ ਹੈ, ਸਪਰੇਆਂ ਦੇਣੀਆਂ ਪੈਂਦੀਆਂ, ਇੱਕ ਉਸ ਟਾਈਮ ਠੰਡ ਬਹੁਤ ਹੋ ਜਾਂਦੀ ਹੈ। ਇੱਕਦਮ ਮਤਲਬ ਕਿ ਜਿਹੜਾ ਸੁਪਰ ਸੀਡਰ ਹੈ ਠੀਕ ਹੈ, ਕੱਢਿਆ ਵਾ, ਹਾਲੀ ਉਹਦੇ 'ਚ ਕਮੀਆਂ ਹੈਗੀਆਂ, ਹੌਲੀ ਹੌਲੀ ਹੋ ਜਾਏਗਾ, ਪਰ ਇੱਕਦਮ ਨਹੀਂ ਇਹ ਕੰਮ ਨਾ ਹੋਣਾ ਬੰਦ। ਸਾਨੂੰ ਘੱਟੋ ਘੱਟ ਜੇ ਬੜਾ ਜ਼ਿਮੀਦਾਰ ਹੈ ਕੋਈ, 80% ਉਹ ਪਰਾਲੀ ਨੂੰ ਜਜ਼ਬ ਕਰ ਦਿੰਦਾ ਵਿੱਚੇ। ਅੱਛਾ, ਜਿਹੜੀ ਸਭ ਤੋਂ ਪਹਿਲਾਂ ਵੱਢ ਹੋਣੀ ਉਹਨੂੰ ਅੱਗ ਲੱਗੇਗੀ, ਕਿਉਂਕਿ ਉਸ ਵਿੱਚ ਬਰਸੀਨ ਜੋ ਮੈਸਾਂ ਵਾਸਤੇ ਚਾਰਾ, ਤੇ ਜਿਹੜੀ 20% ਬਾਅਦ 'ਚ ਵੱਧੀ ਜਾਏਗੀ 10%, ਉਹਦੇ ਵਿੱਚ ਟਾਈਮ ਨਹੀਂ ਹੁੰਦਾ ਬਿਲਕੁਲ ਵੀ, ਅੱਛਾ, ਉਹਨੂੰ ਅੱਗ ਲਾਣੀ ਪੈਣੀ ਹੈ। ਲਾਣੀ ਪੈਣੀ ਹੈ। ਅੱਛਾ, ਲੇਬਰ ਦੀ ਬੜੀ ਪ੍ਰੋਬਲਮ ਹੈ, ਫਿਰ ਇੰਨੀ ਲੇਬਰ ਕਿੱਥੇ ਲਿਆਉਂਗੇ ਕੱਢਣ ਵਾਸਤੇ ਇਹਨੂੰ? ਹਾਂ, ਚਲੋ ਆਪਾਂ ਕੱਢ ਦਿੰਦੇ ਹਾਂ ਵਿੱਚ ਤੇ। ਅੱਛਾ, ਇੱਕ ਹੋਰ ਦੱਸ ਦਿੰਦਾ ਸਮੱਸਿਆ ਦਾ ਹੱਲ ਥੋੜਾ ਜਿਹਾ, ਜਦੋਂ ਕੰਬਾਈਨ ਚੱਲਦੀ ਹੈ ਪਿੱਛੇ ਲਿੱਦ ਕਹਿੰਦੇ ਉਹਨੂੰ ਅਸੀਂ, ਲਿੱਦ ਮਤਲਬ ਪਰਾਲ ਗੇਰਦੀ ਹੈ, ਥੋੜਾ ਹੁੰਦਾ, ਕੱਲਾ ਉਸੇ ਨੂੰ ਅੱਗ ਲਾਉਣ ਦੇ ਦੇਵੇ ਤਾਂ ਵੀ ਸਮੱਸਿਆ ਬਹੁਤ ਵੱਡੇ ਪੱਧਰ ਤੇ ਹੱਦ ਹੋ ਸਕਦੀ ਹੈ। ਕਿਵੇਂ ਹੋ ਜਾਏਗੀ? ਉਹ ਫਿਰ ਖੜੀ ਨੂੰ ਤਾਂ ਇਹ ਤਵੀਆਂ ਵੱਢ ਦਿੰਦੀਆਂ ਨਾ, ਅੱਛਾ, ਉਹ ਨਹੀਂ ਵੱਢ ਹੁੰਦੀ ਆ, ਉਹ ਜੇ ਇੱਕ ਦਿਨ ਲੰਘ ਗਿਆ ਨਾ ਸੁੱਕ ਗਈ, ਉਹ ਵੱਡੇ ਨਹੀਂ ਹੋਏਗੀ। ਬਾਡੀ ਨੂੰ ਹਾਂਜੀ, ਉਹੀ ਅੱਗ ਜ਼ਿਆਦਾ ਲਾ ਰਹੇ ਹੁਣ ਕਿਸਾਨ, ਖੜੀ ਨੂੰ ਤਾਂ ਵਿੱਚੇ ਮਲ ਦਿੰਦੇ। क्या कह रहे हो, क्या कह रहे हो अंकल, ਤੁਸੀਂ क्या कह रहे हो? ਕਬਾੜੇ ਤਾਂ ਵੱਢੇ ਜਾਂਦੇ ਆ ਜੀ, ਹਾਂਜੀ। ਜਿਹੜਾ ਕੰਪੈਨ ਦਾ ਕਬਾੜ ਹੈ ਉਹ ਵੱਢ ਨਹੀਂ ਹੁੰਦਾ ਤਵੇਂ ਤੁਵੇਂ ਨਾਲ, ਵਿੱਚ ਰਲਾਉਂਦੇ ਆ, ਰਲਦਾ ਨਹੀਂ ਹੈਗਾ ਉਹ। ਹਾਂ, ਜੇ ਰਲਾਉਂਦੇ ਆ ਤੇ ਗਾਹਾਂ ਕਣਕ ਨੂੰ ਸੁੰਡੀ ਪੈ ਜਾਂਦੀ ਹੈ। ਉਹਦਾ ਮਸਲਾ ਕੀ ਹੱਲ ਹੈ? ਹੁਣ ਇੱਕ ਸੀਖ ਦੇ ਨਾਲ ਸਾਰਾ ਕੰਮ ਹੋ ਜਾਣਾ, ਇੰਨਾ ਖਰਚਾ ਕੌਣ ਕਰੂਗਾ? ਜ਼ਿਮੀਂਦਾਰ ਪਰ ਮਸ਼ੀਨਰੀ ਹੈ ਨਹੀਂ, 1.5-2 ਕਿੱਲੇ ਵਾਲਾ ਕਿਹੜੀ ਮਸ਼ੀਨਰੀ ਖਰੀਦ ਲੇਗਾ ਦੱਸੋ? ਸਰਕਾਰ ਤੇ ਬੜੇ ਦਾਅਵੇ ਕਰਦੀ ਹੈ। ਸਰਕਾਰੀ ਦਾਅਵੇ ਕਰਦੇ, ਝੂਠੇ ਦਾਅਵੇ ਉੱਥੇ ਬੈਠੇ ਕਰੀ ਜਾਂਦੇ ਨੇ, ਉਰੇ ਆ ਕੇ ਦੇਖੋ ਨਾ ਕਿਆ ਪ੍ਰੋਬਲਮ ਕਿਆ ਹੈ ਜ਼ਿਮੀਂਦਾਰ ਦੀ, ਇੱਥੇ ਆ ਕੇ ਗਰਾਊਂਡ ਤੇ ਦੇਖੋ ਕਿਆ ਹੈ। ਉੱਥੇ ਕਹਿੰਦੇ ਨੇ ਮਸ਼ੀਨਰੀ ਆ ਭੇਜਦੇ ਆ ਅਸੀਂ, ਕੌਣ ਸੀ ਮਸ਼ੀਨਰੀ ਹੈ? यहाँ ਕੋਈ ਮਸ਼ੀਨਰੀ ਹੈ? ਸਰਕਾਰ ਮਸ਼ੀਨਰੀ ਦੇ ਆ, ਸਾਨੂੰ ਅਸੀਂ ਨਹੀਂ ਫੂਕਦੇ, ਦਿੰਦਾ ਕੋਈ ਹੈ ਨਹੀਂ, ਉੱਥੇ ਬੈਠੇ ਗੱਲਾਂ ਕਰ ਲੈਂਦੇ ਕੁਰਸੀਆਂ ਤੇ ਬੈਠ ਕੇ। ਹਾਂ, ਇੱਥੇ ਆ ਕੇ ਦੇਖੋ ਨਾ ਕੀ ਹੈ ਕੀ ਸਮੱਸਿਆ ਹੈ? ਸਮੱਸਿਆ, ਇੱਥੇ ਬਹੁਤ ਭਾਰੀ ਹੈ ਜ਼ਿਮੀਂਦਾਰ ਨੂੰ। ਹਾਂ, ਸੁਪਰੀਮ ਕੋਰਟ ਨੇ ਤਾਂ ਕਹਿ ਦਿਆ ਅੱਗ ਲਾਤੀ, ਠੀਕ ਹੈ ਜੀ। ਹਾਂਜੀ, 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 ਹੁਣ ਦੱਸੋ। ਸੁਪਰੀਮ ਕੋਰਟ ਕਹਿ ਰਹੇ ਆ, ਪ੍ਰਮੁੱਖ ਚੀਫ ਜਸਟਿਸ ਹੈ ਉਹ ਇੰਡੀਆ ਦੇ, ਐਡੀ ਬੜੀ ਗੱਲ ਕਾਤੇ ਕਹੀ ਉਹਨਾਂ ਨੇ ਵੀ ਅਸੀਂ ਅੰਦਰ ਦੇ ਦੂੰਗੇ, ਕਰ ਲਓ ਜੇਲਾਂ ਖਾਲੀ ਦੇ ਦਿਓ। ਦੂਏ ਬੰਦਿਆਂ ਨੂੰ ਕੱਢ ਦੇਵੇ, ਫਿਰ ਅੰਦਰ ਜਿਹੜੇ ਹੋਰ ਉਹ ਕੁੱਤਿਆਂ ਦੇ ਕਿਆ ਮਸਲਾ ਹੋਇਆ ਤਾਂ ਹੱਲ? ਸੁਪਰੀਮ ਕੋਰਟ ਨੇ ਯੂ ਟਰਨ ਲਿਆ ਨਹੀਂ, ਫਿਰ ਨਸਬੰਦੀ ਕਰਕੇ ਛੱਡ ਦੋ ਉੱਥੇ ਜਿੱਥੇ ਤੇ ਫੜੇ ਆ। ਪਹਿਲਾਂ ਤਾਂ ਕਹਿੰਦਾ ਸ਼ੈਲਟਰ ਭੇਜੋ, ਇੱਕ ਚੀਜ਼ ਨੂੰ ਖਤਮ ਕਰਨ ਵਾਸਤੇ ਦੂਜੀ ਸਮੱਸਿਆ ਪੈਦਾ ਹੋ ਜਾਏਗੀ, ਚੂਹਾ ਨੇ ਆਤੰਕ ਮਚਾ ਦੇਣਾ ਜਦੀ। ਅੱਛਾ, ਪਰ ਖੇਤਾਂ ਦੇ ਵਿੱਚ? ਖੇਤਾਂ ਮਾ ਨਹੀਂ, ਸ਼ਹਿਰਾਂ 'ਚ ਜਿਹੜੇ ਕੁੱਤੇ ਫੜਨੇ ਨੂੰ ਕਹਿੰਦੇ ਤੇ ਸੁਪਰੀਮ ਕੋਰਟ। तो एक समस्या का हल होता है तो दूसरी समस्या, हाँ जी, ਸਾਡੇ ਇੱਥੇ ਸੂਰ ਬਹੁਤ ਹੈ, ਲਾਗ ਸਾਡਾ ਜੰਗਲ ਹੈ, ਵਿੱਚ ਰਲਾਉਂਦੇ ਆ ਨਾ, ਸਣਾ ਕਣਕ ਨੂੰ ਪੱਟ ਕੇ ਗੇਰ ਦਿੰਦੇ ਆ ਚੂਹੇ, ਸੂਰ
ਜੰਗਲੀ ਸੂਰ ਹੈ। ਜਾਨਵਰ ਵੀ ਹੈਗੇ ਹੀ ਆ, ਉਹ ਤਾਂ ਅਲੱਗ ਚੀਜ਼ ਆ ਗਈ ਤਾਂ ਪਰਾਲੀ ਦੇ ਉੱਤੇ ਹਾਂਜੀ। ਸੋ ਜ਼ਾਹਿਰ ਹੈ ਅਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮਤਲਬ ਇਹ ਸਮੱਸਿਆ ਬੜੀਆਂ ਵੱਧਦੀ ਜਾ ਰਹੀਆਂ ਪੰਜਾਬ ਦੇ ਵਿੱਚ, ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ ਇਸ ਦੇ ਉੱਪਰ, ਜਜਮੈਂਟ ਹੈ ਸੁਪਰੀਮ ਕੋਰਟ ਦੀ। ਨਹੀਂ ਦੇਖੋ, ਸੁਪਰੀਮ ਕੋਰਟ ਹੈ ਜਿਹੜਾ ਉਹ ਇੱਕ ਇਸ ਵਿਜ਼ਨ ਦੇ ਨਾਲ ਦੇਖ ਰਿਹਾ ਕਿ ਆਪਾਂ ਨੇ ਇਨਵਾਇਰਨਮੈਂਟ ਨੂੰ ਬਚਾਉਣਾ ਹੈਗਾ, ਹਾਂ ਠੀਕ ਨਹੀਂ। ਪਰ ਜਿਹੜੀ ਕਿਸਾਨ ਦੀ ਸਮੱਸਿਆ ਹੈਗੀ ਗਰਾਊਂਡ ਲੈਵਲ ਤੇ ਜਿਹੜੀ ਸਮੱਸਿਆ ਹੈਗੀ ਹੈ ਹਾਂ ਉਹ ਕਿਸਾਨ ਨੂੰ ਪਤਾ ਹੈਗੀ, ਠੀਕ ਨਹੀਂ। ਹੁਣ ਜਿਹੜੇ ਅਫਸਰ ਹੈਗੇ ਅੰਦਰ ਦਫ਼ਤਰਾਂ 'ਚ ਬੈਠੇ ਹੈਗੇ, ਉੱਥੋਂ ਬੈਠ ਕੇ ਉਹ ਆਰਡਰ ਕਰ ਦਿੰਦੇ ਜੀ ਅਸੀਂ ਮਸ਼ੀਨਾਂ ਦੇ ਦਿੰਦੇ, ਅਸੀਂ ਇੱਕ ਮੁਆਵਜ਼ਾ ਦੇ ਦਿੰਦੇ, ਪਰ ਉਹ ਅਸਲ ਗਰਾਊਂਡ ਦੇ ਵਿੱਚ ਪਹੁੰਚ ਨਹੀਂ ਪਾਉਂਦੀ ਉਹ ਚੀਜ਼ਾਂ। ਸਰਕਾਰ ਤਾਂ ਦਾਅਵੇ ਕਰ ਰਹੀ ਹੈਗੀ ਕਿ ਹਾਂਜੀ ਅਸੀਂ ਮਸ਼ੀਨਾਂ ਵੀ ਭੇਜ ਰਹੇ ਹਾਂ, ਅਸੀਂ ਕਿਸਾਨਾਂ ਨੂੰ ਮੁਆਵਜ਼ਾ ਵੀ ਦੇ ਰਹੇ ਹੈਗੇ, ਬਟ ਤੁਸੀਂ ਹੁਣ 15-20 ਦਿਨ ਤੱਕ ਫਸਲ ਕੱਟਣੀ ਹੈਗੀ, ਤੁਸੀਂ ਦੁਬਾਰੇ ਆ ਕੇ ਦੇਖ ਲਿਓ ਕਿਹੜੀ ਮਸ਼ੀਨ ਇੱਥੇ ਆਈ ਹੈਗੀ, ਠੀਕ ਨਹੀਂ, ਉਹ ਪਤਾ ਚੱਲ ਜਾਏਗਾ। ਇੱਥੇ ਕੋਈ ਮਸ਼ੀਨ ਨਹੀਂ ਪਹੁੰਚਦੀ ਹੈਗੀ। क्या ਤੁਹਾਡੇ ਵੱਲੋਂ ਸਰਕਾਰ ਤੱਕ ਇਸ ਚੀਜ਼ ਦੀ ਦਰਕਾਰ ਜਾਂਦੀ ਹੈ ਕਿ ਫਸਲ ਵੱਢ ਹੋ ਗਈ ਹੈ, ਕੁਝ ਮਸ਼ੀਨਰੀ ਸਾਨੂੰ ਦਿੱਤੀ ਜਾਵੇ, ਕੋਈ ਇਹਨਾਂ ਵੱਲੋਂ? ਨਹੀਂ, ਕਿਸਾਨ ਤਾਂ ਮੰਗ ਕਰਦੇ ਹੈਗੇ ਜੀ ਕਿ ਸਾਨੂੰ ਮਸ਼ੀਨਰੀ ਦਈ ਜਾਵੇ ਹਾਂ ਤਾਂ ਅਸੀਂ ਇਸ ਦਾ ਕੋਈ ਉਹ ਕਰ ਲਈਏ, ਹੱਲ ਬਟ ਜਦ ਮਸ਼ੀਨਰੀ ਨਹੀਂ ਪਹੁੰਚਣੀ ਹੈ ਫਿਰ ਕਿਸਾਨ ਦੇ ਕੋਲ ਹੱਲ ਨਹੀਂ ਰਹਿੰਦਾ, ਕਿਉਂਕਿ ਛੋਟੇ ਕਿਸਾਨ ਹੈਗੇ ਉਹਨਾਂ ਦੇ ਕੋਲ ਇੰਨਾ ਸੰਦਾ ਹੈ ਨਹੀਂ, ਠੀਕ ਨਹੀਂ, ਕਿ ਉਹ ਇਸ ਪਰਾਲੀ ਦਾ ਕੋਈ ਹੱਲ ਕਰ ਸਕਣ ਆਪਣੇ ਆਪ ਤੇ। ਔਰ ਨੂੰ ਵੀ ਨੁਕਸਾਨ ਹੁੰਦਾ ਪਰਾਲੀ ਦਾ, ਜਿਹੜੇ ਬੰਦੇ ਚਲਾਉਂਦੇ ਨੇ? ਦੇਖੋ ਨੁਕਸਾਨ ਤਾਂ ਹੋਣਾ ਹੀ ਹੈ, ਸਭ ਤੋਂ ਪਹਿਲਾਂ ਤਾਂ ਨੁਕਸਾਨ ਸਾਨੂੰ ਹੈ ਨਾ, ਹਾਂ ਧੂਆਂ ਉੱਠਣਾ ਹੈਗਾ ਉਹ ਸਭ ਤੋਂ ਪਹਿਲਾਂ ਤਾਂ ਸਾਡੇ ਅੰਦਰ ਜਾਣਾ ਹੈਗਾ, ਉਸ ਤੋਂ ਬਾਅਦ ਦਿੱਲੀ ਤਾਂ ਬਹੁਤ ਬਹੁਤ ਦੂਰ ਹੈ, ਦਿੱਲੀ ਬਹੁਤ ਦੂਰ ਹੈ, ਉੱਥੇ ਤਾਂ ਸ਼ਾਇਦ ਪਹੁੰਚਦਾ ਵੀ ਨਹੀਂ ਪਹੁੰਚਦਾ, ਇਹ ਤਾਂ ਸਿਰਫ ਸਰਕਾਰੀ ਗੱਲਾਂ ਹੈਗੀਆਂ, ਕਿਉਂਕਿ ਅੱਗੇ ਪਹਿਲਾਂ ਹਰਿਆਣਾ ਆਉਂਦਾ ਹੈਗਾ, ਬਿਲਕੁਲ ਠੀਕ ਨਹੀਂ, ਵਿੱਚ ਹਰਿਆਣਾ ਪੈਂਦਾ ਹੈਗਾ, ਪਹਿਲਾਂ ਤਾਂ ਹਰਿਆਣਾ ਹੀ ਜਾਊਗਾ, ਦਿੱਲੀ ਤਾਂ ਬੜੀ ਦੂਰ ਹੈਗੀ, ਉੱਥੇ ਤੱਕ ਤਾਂ ਸ਼ਾਇਦ ਪਹੁੰਚਦਾ ਕਿ ਨਹੀਂ ਪਹੁੰਚਦਾ ਸਾਨੂੰ ਇਸ ਦੇ ਬਾਰੇ 'ਚ ਪਤਾ ਨਹੀਂ, ਪਰ ਇਹ ਨੁਕਸਾਨ ਸਾਨੂੰ ਵੀ ਹੁੰਦਾ ਹੈਗਾ ਇਹਦਾ, ਪਰ ਹੁਣ ਸਰਕਾਰਾਂ ਕੋਈ ਹੱਲ ਨਹੀਂ ਨਾ ਕਰ ਰਹੀਆਂ ਇਸ ਦਾ, ਉਹ ਸਿਰਫ ਦਾਅਵੇ ਕਰ ਰਹੀਆਂ ਕਿ ਦਾਅਵਿਆਂ ਦੇ ਨਾਲ ਕੁਝ ਨਹੀਂ ਹੁੰਦਾ, ਅਸਲ ਗਰਾਊਂਡ ਤੇ ਆ ਕੇ ਕੰਮ ਕਰਨਾ ਪਊਗਾ ਤਾਂ ਇਸ ਸਮੱਸਿਆ ਦਾ ਹੱਲ ਹੋਊਗਾ। ठीक है, सो जाहिर है ग्राउंड पे काम करना पड़ेगा तभी समस्या का हल होगा, क्योंकि पराली जलाना किसानों की एक मजबूरी है। वो कहते हैं कि हम चाहते हैं कि सरकार हमें मशीनरी दे, लेकिन दफ्तरों में बैठकर और या फिर ऑफिस में बैठकर नहीं किसानों की समस्याएं हल हो सकती। किसानों की समस्याएं ज़मीन पर आके और उनकी खेत में आकर ही समस्या हल हो सकती है। वो कहते हैं अगर पराली चाहते सबसे पहले तो वो धुआं उनके अंदर ही जाता है, सबसे पहले उनको नुकसान पहुँचाता है, दिल्ली तो दूर है, और लेकिन सबसे पहले वो खुद इस चीज़ को भुगतते हैं, क्योंकि समस्या है, उनके पास कोई और वे आउट नहीं है, छोटे किसान हैं, और अगर छोटे किसानों के पास अगर चीज़ें पहुंचेंगी तो जलाना तो वो भी नहीं चाहते हैं। लेकिन इस मशीन के भी उन्होंने बोला बहुत सारी चीज़ें ऐसी हैं जिससे फसलों को, अगली फसल को नुकसान होता है, लेकिन अब फैसला तो दिया गया है, सुनाया भी गया है, लेकिन किसानों ने आज अपनी भी समस्याएं बताई हैं कि किस तरीके के साथ वो लंबे समय से इस चीज़ से जद्दोजहद में जूझ भी रहे हैं। और जो सबसे अहम बात है कि जब वो पराली जलाते हैं सबसे पहले उनको खुद को समस्या होती है, दूसरे तक तो वो बाद में ही पहुंचते हैं। वो खुद चाहते हैं कि सरकारें इसको लेकर कुछ वे आउट निकालें। उन्होंने तो सुप्रीम कोर्ट से कहा कि आप ही वे आउट निकाल दो, क्योंकि किसान भी अब इस चीज़ से तंग है, वो भी चाहता है कि उनकी फसलें, जो अगली फसल उन्होंने बोनी है, वो सही तरीके से वो बीजी जाए, लेकिन वो चाहते हैं कि ऐसा रास्ता निकले कि किसान भी उसका हल निकाल सके, क्योंकि छोटे किसान उतना खर्च नहीं कर सकते, क्योंकि फसलों पर ही इतना खर्च हो जाता है कि उनके पास गुजारे के लिए कुछ बचता नहीं है। कैमरामैन अर्जुन के साथ मोहाली से TV9 के लिए अमनप्रीत कौर।